ਤੇ ਨਜ਼ਲਾ ਆਏਗਾ, ਨਜ਼ਲਾ ਵਗਣ ਲੱਗ ਪੈਂਦਾ ਪਾਣੀ ਦੀ ਤਰ੍ਹਾਂ ਹੀ। ਕਈਆਂ ਨੂੰ ਅਸੀਂ ਜਿਹੜਾ ਪਾਣੀ ਦੀ ਤਰ੍ਹਾਂ ਵਗਦਾ ਹੋਵੇਗਾ ਤੇ ਛਿੱਕਾਂ ਵੀ ਆਈ ਜਾਂਦੀਆਂ, ਫਿਰ ਅਸੀਂ ਉਹਨੂੰ ਗੁੱਦੀ ਸਾਬੀ ਮਲਾਈਆਂ, ਅੱਗੇ ਪਾਣੀ ਦੀ ਤਰ੍ਹਾਂ ਵਗਦਾ ਅਸੀਂ ਉਹਨੂੰ ਗੁੱਦੀ ਸਾਬੀ ਮਲਾਈਆਂ ਸਗੋਂ ਦੇ ਦਿੰਦੇ। 5 ਨੰਬਰ ਜਿਹੜੇ ਦੂਸਰੇ 5 ਨੰਬਰ ਕਹਿਣ ਵਾਲੇ ਨੰਬਰਾਂ ਦੇ ਹਿਸਾਬ ਨਾਲ 5 ਨੰਬਰ ਦੇ ਦਿੰਦੇ। ਕਦੀ ਉਹਦੇ ਵਿੱਚ ਅਸੀਂ ਆਪਣੀ ਸੌਂਫ, ਹਲਦੀ ਤੇ ਮਲੱਠੀ ਵਾਲੀ ਜਿਹੜੀ ਅਸਾਬੀ ਗੁੱਦੀ ਜਿਹੜੀ ਉਹ ਵੀ ਮਿਲਾ ਦਿੰਦੇ ਹਾਂ ਤਾਂ ਕਿ ਉਹ ਹੋਰ ਤਹਿਰੀਕ ਮੁਕੰਮਲ ਹੀ ਹੋ ਜਾਏ, ਜਿਹੜੀ ਰੁਕਾਵਟ ਬਾਗੀ ਜਾਏ ਫਿਰ ਨਿਕਲ ਹੀ ਜਾਏ, ਉਸੇ ਤਹਿਰੀਕ ਮੁਕੰਮਲ ਹੋ ਕੇ ਠੀਕ ਹੋ ਜਾਂਦਾ। ਬੰਦ ਨਜ਼ਲੇ ਵਾਲੇ ਨੂੰ ਵੀ ਅਸੀਂ ਗੁੱਦੀ ਜ਼ਲਾਤੀ ਗੁੱਦੀ ਸਾਬੀ ਦੇ ਦਿੰਦੇ ਹਾਂ। ਬੰਦ ਨਜ਼ਲਾ ਜਿਹੜਾ ਹੁੰਦਾ ਨਾ ਗੁੱਦੀ ਸਾਬੀ ਦੇਣ ਤਾਂ ਕਿ ਵਗੇ। ਪਾਣੀ ਵਾਲੇ ਪਾਣੀ ਵਰਗਾ ਵਗਦਾ ਸੀ ਨਾ ਇੱਕ, ਉਹਨੂੰ ਵੀ ਦਿੱਤੀ ਅਸੀਂ, ਉਹਨੂੰ ਦਿੱਤੀ, ਉਹਦੀ ਤਹਿਰੀਕ ਮੁਕੰਮਲ ਕਰਤੀ ਤਾਂ ਕਿ ਉਹ ਠੀਕ ਹੋ ਜਾਏ। ਇੱਧਰ ਅਸੀਂ ਉਹਦੀ ਤਹਿਰੀਕ ਇਸ ਤਰ੍ਹਾਂ ਮੁਕੰਮਲ ਕੀਤੀ ਕਿ ਉਹਦੀ ਤਹਿਰੀਕ ਉਹ ਵਗਣ ਲੱਗ ਪਏ, ਜਿਹੜਾ ਜੰਮਿਆ ਸੀ ਨਾ ਠੀਕ ਹੋ ਜਾਏ। ਅੱਜ ਕੱਲ੍ਹ ਖਾਂਸੀ ਨਜ਼ਲਾ ਜ਼ੁਕਾਮ ਆਮ ਹੁੰਦਾ ਹੈ, ਬਲਗਮ ਫਸੀ ਹੁੰਦੀ, ਉੱਧਰੋਂ ਅੱਲਾ ਨੇ ਕਿੰਨੂ ਮਾਲਟੇ ਪੈਦਾ ਕੀਤੇ ਹੋਏ ਨੇ। ਲੋਕੀ ਅਕਸਰ ਕਹਿੰਦੇ ਗਲੇ ਅੱਗੇ ਬੈਠੇ ਨੇ ਤੇ ਕਿੰਨੂ ਮਾਲਟੇ, ਕਿੰਨੂ ਮਾਲਟਾ ਜਿਹੜਾ ਉਹਦੇ 'ਚ ਜਿਹੜੀ ਖਾਸੀਅਤ ਅੱਲਾ ਨੇ ਰੱਖੀ ਉਹ ਬਲਗਮ ਨੂੰ ਮੈਲਟ ਕਰਨ ਵਾਲੀ ਰੱਖੀ ਹੈ, ਤਹਿਲੀਲ ਕਰ ਦਿੰਦੀ ਹੈ, ਪਤਲਾ ਕਰ ਦਿੰਦੀ ਹੈ, ਬਹਿਣ ਦੇ ਕਾਬਲ ਕਰ ਦਿੰਦੀ ਹੈ। ਇਸ ਵਾਸਤੇ ਅੱਲਾ ਨੇ ਉਹ ਪੈਦਾ ਕੀਤੀ। ਅੱਲਾ ਨੇ ਵੀ, ਅੱਲਾ ਸਭ ਤੋਂ ਵੱਡਾ ਹਕੀਮ ਹੈ ਤੇ ਉਹਨੇ ਇਸ ਨਜ਼ਰ ਨਾਲ ਪੈਦਾ ਕੀਤੇ ਨੇ। ਜਿਹਦਾ ਗਲਾ ਬਲਗਮ ਨਿਕਲਦਾ ਨਹੀਂ ਪਿਆ, ਖਾ ਦਿਓ ਕਿੰਨੂ ਮਾਲਟੇ, ਨਿਕਲੇਗੀ। ਔਰ ਪਾਣੀ ਦੀ ਜ਼ਰੂਰਤ ਪੈ ਤੇ ਪਾਣੀ ਉਬਾਲ ਕੇ ਨੀਮ ਗਰਮ ਪਾਣੀ ਦੇਣਾ, ਇਨਸ਼ਾਅੱਲਾ ਉਹ ਠੀਕ ਹੋਏਗਾ, ਠੀਕ ਹੁੰਦਾ ਹੈ। ਵਗਦੇ ਨੇਗੇ, ਪੈਦਾ ਹੀ ਇਸ ਵਾਸਤੇ ਕੀਤੇ ਨੇ। ਉਹਦੀ ਜਿਹੜੀ ਨਾ ਤੁਸੀਂ ਅਜ਼ਮਾ ਕੇ ਵੇਖੋ, ਮੈਂ ਅਲਹਮਦੁਲਿਲਾ ਇੱਥੇ ਅਮਲ ਕਰਵਾ ਹੀ ਦੇਣਾ ਆਪ ਹੀ। ਜਦੋਂ ਵੇ ਇਸ ਤਰ੍ਹਾਂ ਹੀ ਹਕੀਮ ਸਾਹਿਬ ਨੂੰ ਮੈਂ ਕਿਹਾ ਤੁਸੀਂ ਬੁਖਾਰ ਨਹੀਂ ਲਾਉਣਾ, ਤੁਸੀਂ ਗਰਮੀ ਰੱਖਣਾ ਜਿਸਮ ਨੂੰ। ਅਤੇ ਇਹਨਾਂ ਦਾ ਆਪਣਾ ਵੀ ਜਿਹੜਾ ਨਾ ਉਹ ਪਿਛਲੇ ਦਿਨਾਂ ਚੋਟ ਜਿਹੜੀ ਲੱਗੀ ਉਹਦਾ ਵੀ ਇਹਨਾਂ ਨੂੰ ਅਸਰ ਆ ਜਾਂਦਾ। ਸਰਦੀ ਆਉਂਦੀ ਅਤੇ ਘੁੱਟਣ ਆ ਜਾਂਦੀ, ਜਾਨੀ ਇਨਕਬਾਜ਼ ਆ ਜਾਂਦਾ, ਉਹਨੂੰ ਵੀ ਤੋੜਨ ਵਾਸਤੇ। ਬੁਖਾਰ ਤੇ ਆਇਆ, ਸਰਦੀ ਆਈ ਨਾ, ਸਰਦੀ ਉਹ ਅੰਦਰ ਤਬੀਅਤ ਅੱਗੇ ਕਮਜ਼ੋਰ ਸੀ, ਉਦੋਂ ਸਰਦੀ ਆਈ ਉਹਨੇ ਹੋਰ ਘੁੱਟ ਦਿੱਤਾ। ਹੁਣ ਇੱਥੇ ਗਰਮੀ ਚਾਹੀਦੀ, ਬੁਖਾਰ ਆਇਆ ਹੀ ਰਹਿਮਤ ਵਾਸਤੇ, ਉਹਦੀ ਮਦਦ ਹੀ ਕਰਨੀ। ਇਸ ਨਜ਼ਰੀਏ ਦੇ ਨਾਲ ਤੁਸੀਂ ਵੀ ਜ਼ਰਾ ਤੁਹਾਨੂੰ ਵੀ ਤਲਕੀਨ ਕਰਾਂਗਾ ਕਿ ਉਸ ਤਹਿਰੀਕ ਨੂੰ ਮੁਕੰਮਲ ਹੀ ਕਰਨਾ ਹੈ। ਅਲਹਮਦੁਲਿਲਾ ਜੀ, ਦੁਆ ਵਾਸਤੇ ਹੁਣ ਹਾਂਜੀ ਬਾਜ਼ ਮਰੀਜ਼ਾਂ ਨੇ ਬਹਿ ਕੇ ਕਰੋ, ਫੋਨ ਕਰਕੇ ਪੁੱਛਿਆ ਕਿ ਕਹਿੰਦੇ ਕਿ ਬੁਖਾਰ ਵੀ ਨਹੀਂ ਹੈ ਤੇ ਨਜ਼ਲਾ ਵੀ ਨਹੀਂ ਹੈ, ਪਰ ਸਿਰ ਭਾਰਾ ਹੋ ਗਿਆ ਤੇ ਅੱਖਾਂ ਦੇ ਉੱਤੇ ਦਰਦ ਹੋਣਾ ਸ਼ੁਰੂ ਹੋ ਗਈ ਹੈ ਤੇ ਮੂੰਹ ਦੇ ਜਬੜੇ ਵੀ ਤੇ ਸਿਰ ਦੇ ਅੱਖਾਂ ਲੇਕਿਨ ਜ਼ਿਆਦਾ ਅੱਖਾਂ ਦੇ ਅਤੇ ਅਕੜ ਗਿਆ ਨਾ, ਠੰਡ ਆ ਗਈ, ਸਰਦੀ, ਉਹਨਾਂ ਦੇ ਦਿਮਾਗ ਨੂੰ ਠੰਡ ਜ਼ਿਆਦਾ ਚੜ੍ਹ ਗਈ। ਇੱਥੇ ਵੀ ਗਰਮ ਟੋਪੀ, ਕੱਪੜੇ ਗਰਮ, ਤੇ ਆਪਣਾ ਕੀ ਕਹਿੰਦੇ ਬੱਤੀ ਬੰਦ ਕਰਕੇ ਬਿਸਤਰ 'ਚ ਲਗਾਓ, ਪੈਰਾਂ ਵਾਲੇ ਪਾਸੇ ਗਰਮ ਪਾਣੀ ਦੀ ਬੋਤਲ ਰੱਖੋ, ਬਲੱਡ ਸਰਕੂਲੇਸ਼ਨ ਠੀਕ ਹੋਏਗੀ, ਉਹ ਸਿਰ ਦਰਦ ਵੀ ਭਾਰ ਵੀ ਠੀਕ ਹੋ ਜਾਏਗਾ ਇਨਸ਼ਾਅੱਲਾ। ਸਿਰ ਨੂੰ ਗਰਮ ਕਰਨਾ ਹੈ, ਉਹਨੂੰ ਭਾਵੇਂ ਟੋਪੀ ਨਾਲ ਗਰਮ ਕਰੋ ਜਾਂ ਕਿਸ ਤਰ੍ਹਾਂ ਹੀ ਬੋਤਲ ਗਰਮ ਦੀ ਸੱਜੀ ਬਗਲ 'ਚ ਛੇਤੀ ਰੱਖੋਗੇ ਨਾ, ਛੇਤੀ ਗਰਮ ਹੋ ਜਾਏਗਾ। ਸੱਜਾ ਪਾਸਾ ਜਿਹੜੇ ਗਰਮ ਹੋਏਗਾ ਨਾ ਤਾਂ ਤਹਿਰੀਕ ਆਸਾਨੀ ਨਾਲ ਸਾਰੇ ਪਾਸੇ, ਹਾਲਾਂਕਿ ਦਿਲ ਇੱਧਰ ਹੈਗਾ ਲੇਕਿਨ ਇੱਧਰੋਂ ਗਰਮੀ ਮਿਲੇਗੀ ਤਾਂ ਇਨਸ਼ਾਅੱਲਾ ਫੌਰੀ ਤਹਿਰੀਕ, ਤੁਹਾਡੀ ਤਹਿਰੀਕ ਚੱਲਦੀ ਜਿਹੜੀ ਹੈ ਨਾ, ਬਲੱਡ ਸਰਕੂਲੇਸ਼ਨ ਜਿਹੜਾ ਹੈ ਉਹ ਇਸ ਤਰ੍ਹਾਂ ਇਸ ਪਾਸੇ ਨੂੰ ਜਾ ਰਿਹਾ। ਜੀ ਹੱਥ ਚੱਲਦੇ, ਪੈਰ ਚੱਲਦੇ, ਲਿਖਣਾ ਤੇ ਲਿਖ ਸਕਦੇ ਸੀ, ਸਾਰਾ ਮਾਮਲਾ ਬੋਲ ਨਹੀਂ ਸਕਦੇ, ਨਿਕਲ ਨਹੀਂ ਸਕਦੇ। ਨਾ ਨਿਕਲਦੀ ਹੋਇਆ ਤਾਂ ਕਿਉਂਕਿ ਉਹ ਨਾਲ ਹੀ ਲੱਗ ਗਈ, ਕਮਜ਼ੋਰੀਆਂ ਆਉਂਦੀ ਤੇ ਉਹਨਾਂ ਦੇ ਹੱਥ ਇੱਧਰਲੇ ਪਾਸੇ ਫਲਜ ਨਹੀਂ, ਫਲਜ ਉਹਨਾਂ ਦੇ ਅੰਦਰੂਨੀ ਨਾਲੀ ਦੇ ਉੱਤੇ ਜਿਹੜੇ ਖਿੱਚਣ ਵਾਲੇ ਨੇ, ਅੰਦਰ ਲਿਜਾਣ ਵਾਲੇ, ਸਕ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਹਨ, ਪਾਣੀ ਨੂੰ, ਖੁਰਾਕ ਨੂੰ, ਉਹਨਾਂ ਦੇ ਵਿੱਚ ਫਲਜ ਆ ਗਿਆ, ਉਹਨਾਂ ਟਿਸ਼ੂ ਵਿੱਚ ਫਲਜ ਆ ਗਿਆ, ਉਹਨਾਂ ਅਜ਼ਲਾਤ 'ਚੋਂ ਫਲਜ ਆ ਗਿਆ ਜਿਹੜੇ ਅੰਦਰ ਖਿੱਚ ਕੇ ਲਿਜਾਂਦੇ ਨੇਗੇ ਨਿਕਲਣ ਵਾਸਤੇ। ਉਹਨਾਂ ਟਿਸ਼ੂਆਂ ਜੋ ਉਹਨਾਂ ਮਸਕੂਲਰ ਟਿਸ਼ੂ ਦੇ ਵਿੱਚ ਖਰਾਬੀ ਆ ਗਈ, ਜਿਹੜੀ ਜ਼ੁਬਾਨ ਨੂੰ ਹਰਕਤ ਦਿੰਦੇ, ਜਿਹੜੇ ਬੋਲਦੇ ਨੇ, ਜਿਹੜੀ ਜ਼ੁਬਾਨ ਨੂੰ ਉਹਨਾਂ ਅਲਫਾਜ਼ ਨੂੰ ਅਦਾਇਗੀ ਕਰਨ ਵਾਸਤੇ ਹਰਕਤ ਦੇਣੀ ਹੈ, ਉਹਨਾਂ ਅਜ਼ਲਾਤ ਮਸਕੂਲਰ ਟਿਸ਼ੂ 'ਚੋਂ ਫਲਜ ਆ ਗਿਆ। ਉਹ ਇਸ ਵਾਸਤੇ ਇੱਧਰ ਦੇ ਕੰਮ ਕਰਦੇ ਰਹੇ, ਇੱਧਰੋਂ ਕੰਮ ਕਰ ਲੈਂਦੇ ਸਨ, ਦਿਮਾਗ ਵੀ ਉਹਨਾਂ ਦਾ ਕੰਮ ਕਰਦਾ ਸੀ, ਯਾਨੀ ਮਕਾਮੀ ਤੌਰ ਦੇ ਉੱਤੇ ਆ ਗਿਆ। ਹਾਂ ਉਹਦਾ ਤਾਂ ਅੱਛਾ ਜੀ, ਹੱਲ ਕੀ ਕਰਾਂਗੇ, ਜਿੱਥੋਂ ਤੱਕ ਸਮਝ ਆਉਂਦੀ ਹੈ ਉਹਨਾਂ ਦੇ ਅਜ਼ਲਾਤ ਜਿਹੜੇ ਸਨ ਫਲਜ ਵਿੱਚ ਗਏ ਨਾ,
ਤੇ ਫਾਲਿਜ ਕਾਹਦੇ ਨਾਲ ਆਉਂਦਾ ਹੈ? ਤਹਿਲੀਲ ਨਾਲ ਆਉਂਦਾ ਹੈ। ਫਾਲਿਜ ਜਿਹੜਾ ਨਾ ਅਜ਼ਲਾਤ ਦਾ ਫਾਲਿਜ ਆਇਆ ਹੈ, ਅਜ਼ਲਾਤ 'ਚੋਂ ਤਹਿਲੀਲ ਹੋਈ, ਤਹਿਰੀਕ ਕਿਹੜੀ ਹੋਏਗੀ? ਉੱਦੀ ਹੋਏਗੀ ਨਾ। ਤੇ ਅਸੀਂ ਉੱਥੇ ਗੁਦਦ ਨੂੰ ਤਸਕੀਨ ਦੇਣੀ ਹੈ, ਅਜ਼ਲਾਤ ਨੂੰ ਤਸਕੀਨ ਦੇਣੀ ਹੈ। ਗੁਦਦ ਨੂੰ ਤਹਿਲੀਲ ਕਾਹਦੇ ਨਾਲ ਦਿਆਂਗੇ? ਅਸਾਬੀ ਨਾਲ। ਤੇ ਅਜ਼ਲਾਤ ਦੀ ਤਹਿਲੀਲ ਨੂੰ ਕਾਹਦੇ ਨਾਲ ਰੋਕਾਂਗੇ? ਉਹੀ ਅਸਾਬੀ ਨੇ। ਅਸਾਬੀ ਨਾ ਉੱਥੇ ਅਸਾਬੀ ਚੀਜ਼ਾਂ ਕੁਝ ਦਿਆਂਗੇ ਅਸੀਂ, ਕੁਛ ਅਸਾਬੀ ਚੀਜ਼ਾਂ ਦਿਆਂਗੇ, ਉਹਦਾ ਪਿਸ਼ਾਬ ਵੀ ਉਹਨਾਂ ਦਾ ਫਿਰ ਸੁਰਖ ਹੋ ਗਿਆ ਹੋਣਾ, ਉਹਦੇ ਨਾਲ ਵੀ ਉਸ ਤਰ੍ਹਾਂ ਵੀ ਹੋ ਜਾਣਾ ਸੀਗਾ। ਅਗਰ ਉਹਦੀ ਤਹਿਰੀਕ ਨਾ, ਉਹਦੇ ਤੋਂ ਸਾਨੂੰ ਪਛਾਣ ਵੀ, ਤੁਹਾਨੂੰ ਅਲਾਮਤਾਂ ਦੀ ਤਾਂ ਪਛਾਣ ਲੱਗਣੀ, ਸਾਨੂੰ ਇਲਾਮ ਥੋੜ੍ਹਾ ਹੋਣਾ। ਉਹਨਾਂ ਦੀ ਅਲਾਮਤਾਂ ਦਵਾਈ ਛੱਡ ਕੇ ਵੀ ਵੇਖ ਲਈਦਾ ਨਾ। ਦਵਾਈਆਂ ਉਹਨਾਂ ਦੀਆਂ ਵੇਖਣੀਆਂ ਕਿ ਅਕਸਰ ਜਿਹੜੀਆਂ ਦਵਾਈਆਂ ਖਾਂਦੇ ਨੇ ਇਹਨਾਂ 'ਚ ਵਿਟਾਮਿਨ ਹੁੰਦੇ ਨੇ, ਜਿੰਨੇ ਇਹਨਾਂ ਦੇ ਪਿਸ਼ਾਬ ਜਿਹੜੇ ਸਾਰੇ ਪੀਲੇ ਹੋ ਪੈਂਦੇ ਨੇ। ਪਿਸ਼ਾਬ ਦਾ ਫੌਰੀ ਪਤਾ ਲੱਗਦਾ ਹੈ ਪੀਲਾ ਹੋ ਗਿਆ, ਤੇ ਇਹ ਗੋਲੀ ਦੇ ਨਾਲ ਹੀ ਜਾਂ ਉਹਨਾਂ ਦਾ ਕੁਦਰਤੀ ਹੈ ਜਾਂ ਫਿਤਰੀ ਪਿਸ਼ਾਬ ਉਹਦਾ, ਉਹਦੀ ਪਿਸ਼ਾਬ ਦਾ ਫਿਤਰੀ ਹੈ ਜਾਂ ਇਹ ਵਿਟਾਮਿਨ ਨਾ ਹੋ ਗਿਆ ਜਾਂ ਕਿਸੇ ਚੀਜ਼ ਖਾਣ ਨਾ ਹੋ ਗਿਆ। ਤੇ ਇਸ ਤਰ੍ਹਾਂ ਹੀ ਤੁਹਾਡਾ ਜਿਹੜਾ ਗੁਰਦੇ ਫੇਲ ਹੁੰਦਾ, ਪਿਸ਼ਾਬ ਕਿਵੇਂ ਪਾਣੀ ਵਰਗਾ ਹੋ ਜਾਂਦਾ ਹੈ, ਲੇਕਿਨ ਪਾਣੀ ਨੂੰ ਇੱਕ ਹੋਰ ਹੀ ਤਰ੍ਹਾਂ ਦਾ ਰੰਗਤ ਹੁੰਦੀ ਹੈਗੀ ਉਹਦਾ ਵੀ ਤੁਹਾਨੂੰ ਪਤਾ ਲੱਗਦਾ ਗੁਰਦੇ ਫੇਲ ਨਾ ਹੋਇਆ ਜਾਂ ਕੁਦਰਤੀ ਪਾਣੀ ਛਾਣੀ ਨਾ ਹੋ ਗਿਆ ਜਾਂ ਠੰਡ ਨਾ ਹੋ ਗਿਆ ਹੋਵੇਗਾ ਜਾਂ ਖੌਫ ਦੀ ਵਜ੍ਹਾ ਨਾ ਹੋ ਗਿਆ ਪਿਸ਼ਾਬ ਚਿੱਟਾ। ਯਾਨੀ ਕਿ ਤੁਹਾਡੀ ਜਦੋਂ ਤੁਸੀਂ ਰੋਜ਼ ਮੁਸ਼ਾਹਦਾ ਕਰਦੇ ਵੇਖਦੇ ਨਾ, ਫਿਰ ਤੁਹਾਨੂੰ ਮੁਸ਼ਾਹਦਾ ਕਰਨਾ ਆਸਾਨੀ ਨਾ ਹੋ ਜਾਂਦਾ, ਪਤਾ ਲੱਗ ਜਾਂਦਾ। ਉਹ ਲਿਆਦਾ ਤੁਸੀਂ ਉਹਨਾਂ ਦੀਆਂ ਅਲਾਮਤਾਂ ਜਿਹੜੀਆਂ ਨਾ ਉਹਨਾਂ ਤੋਂ ਪਛਾਣੋਗੇ। ਨਬਸ ਉਹ ਬਜ਼ਾਤੇ ਖੁਦ ਜਿਹੜੇ ਹੁਣ ਉਹ TV ਵਿੱਚ ਹੀ ਜਾਂਦੇ ਪਏ ਸਨ, ਉਹਨਾਂ ਦੀਆਂ ਸਾਰੀਆਂ ਰਤੂਤਾਂ ਦੇ ਸਾਰੀਆਂ ਖਤਮ ਹੋਈਆਂ ਪਈਆਂ ਸਨ, ਅਜ਼ਲਾਤੀ ਸਨਗੇ। ਬਵਾਸੀਰੀ ਮਿਜ਼ਾਜ ਸਨ, ਬਾਅਦ ਦੇ ਵਿੱਚ ਉਹ ਕਿਤੇ ਗੁੱਦੀ ਹੋਏ ਨੇ, ਬਾਅਦ ਦੇ ਵਿੱਚ ਕਿਸੇ ਤਰ੍ਹਾਂ ਗੁੱਦੀ ਹੋ ਗਏ ਨੇ, ਉਹਨਾਂ ਦੇ ਜਿਸੋਮੇ ਵੀ ਮਰ ਗਏ, ਉਹਨਾਂ ਦਾ ਉਹ ਸਿਸਟਮ ਵੀ ਬਹਿ ਗਿਆ ਸੀ। ਤੇ ਜਾਣੀ ਕਿ ਉਹ ਰਲਿਆ ਮਿਲਿਆ ਮੁਰੱਕਬ ਬਣਿਆ ਸੀਗਾ। ਤੇ ਇੱਥੇ ਵੀ ਉਹ ਮੁਰੱਕਬ ਵੀ ਜਦੋਂ ਆਉਂਦੀ ਨਾ ਕਫੀ, ਉਦੋਂ ਅਸੀਂ ਫਸ ਜਾਂਦੇ ਹਾਂ। ਉੱਥੇ ਫਿਰ ਇੱਕ ਕੁਲੀਆ ਨਹੀਂ ਹੈ, ਜਿਵੇਂ ਜਜ਼ਰ ਕੱਢਣ ਵਾਲੇ ਹਿਸਾਬ ਲਾਉਂਦੇ ਨਾ, ਜਜ਼ਰ ਕੱਢਣ ਵਾਲੇ, ਕਦੀ ਜ਼ਰਬ ਹੈ, ਕਦੀ ਤਕਸੀਮ ਹੈ, ਕਦੀ ਤਫਰੀਕ ਹੈ, ਕਦੀ ਕੁਛ, ਉਹ ਸਾਰੇ ਕੁਲੀਏ ਲੱਗਦੇ ਨੇ ਉਲਟ ਪੁਲਟ ਕਰਕੇ। ਇਸੇ ਤਰ੍ਹਾਂ ਫਿਰ ਉੱਥੇ ਤੁਹਾਨੂੰ ਸਮਝਦਾਰੀ ਨਾਲ ਮੌਕੇ ਦੀ ਮੁਨਾਸਬਤ ਨਾਲ ਤੁਸੀਂ ਉੱਥੇ ਕਦਮ ਉਠਾਉਣਾ ਹੁੰਦਾ। ਜਿਹੜੀ ਮਰਜ਼ ਬਹੁਤੀ ਪੇਚੀਦਾ ਜਾਂ ਜਿਹਦੀ ਵਜ੍ਹਾ ਨਾਲ ਸਬਬ ਬਣਦਾ ਪਿਆ ਨਾ, ਉਸ ਮਰਜ਼ ਨੂੰ ਪਹਿਲੇ ਠੀਕ ਕਰਨ ਦੀ ਕੋਸ਼ਿਸ਼ ਕਰਨੀ, ਤਾਂ ਕਿ ਉਹ ਸਬਬ ਠੀਕ ਹੋਏਗਾ ਤੇ ਫਿਰ ਅਗਲੀ ਜਿਹੜੀ ਅਲਾਮਤਾਂ ਪੈਦਾ ਹੁੰਦੀਆਂ ਨੇ ਉਹ ਬਜ਼ਾਤੇ ਖੁਦ ਠੀਕ ਹੋਣ ਵਾਲੇ ਪਾਸੇ ਚਲੀਆਂ ਜਾਣੀਆਂ। ਸਾਬਰ ਸਾਹਿਬ ਦਾ ਨਹੀਂ ਪੜਿਆ ਕਿ ਸ਼ਰੀਫ ਸਾਹਿਬ ਦਾ ਪੜਿਆ, ਪਰ ਮੰਨਦੇ ਨਹੀਂ ਕਿ ਜ਼ਹਿਰਾਂ ਨੇ ਜਾਂ ਜਲੀਆਂ, ਠੀਕ ਹੈ ਜੀ। ਪੁੱਛਦਾ ਕਿ ਜ਼ਰੂਰਤ ਨਹੀਂ ਹੈ, ਠੀਕ ਹੈ ਜੀ, ਕੋਲ ਮਿਕਦਾਰ ਘਟਾ ਦੇ ਤੇ ਸਭ ਜਿਹੜਾ ਹੁਣੇ ਜਿਹੜਾ ਬਿਆਨ ਹੈ ਉਹ ਫਿਰ ਚੀਜ਼ ਜਿਹੜੀ ਹੈ ਠੀਕ ਕਿਸ ਖਾਤੇ ਲੈ ਕੇ ਆਉਣਾ। ਜਿਵੇਂ ਪੁੱਛਦਾ ਕਹਿੰਦੇ ਨੇ ਪੁੱਛੇ ਲੋਕੀ ਹੋਣਾ, ਠੀਕ ਹੈ ਜੀ, ਠੀਕ ਹੈ, ਪਿਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸਾਬਰ ਸਾਹਿਬ ਨੇ ਨਹੀਂ ਪੜਿਆ, ਪਰ ਜੋ ਨਹੀਂ ਪੜਿਆ ਹੈਗਾ, ਠੀਕ ਹੈ ਜੀ। ਸੁਣ ਲਓ ਕੁਛ ਸਿੰਪਲ ਭੁਣ ਲਓ ਉਹਨੂੰ, ਭੁਣ ਕੇ ਪੀਸ ਲਿਆ, ਪੀਸ ਕੇ ਠੀਕ ਹੈ ਜੀ, ਜੇ ਪਿਤਾ ਕਰਨ ਦੀ ਜ਼ਰੂਰਤ ਨਹੀਂ ਹੈ, ਨਾ ਕਿ ਉਹਦੇ ਸਾਮੀ ਨਾ ਖਰਾਬੀ, ਸਿਰ ਕੀ ਹੈ ਕਿ ਪੁੱਟਾ ਟਾਈਪ ਕਰਨਾ, ਮਿਕਦਾਰ ਘਟਾਉਣਾ, ਇਵੇਂ ਦੱਸ ਪੂਰੇ ਹੈ। ਬਾਕੀ ਦੇ ਨਾਲ ਅਸੂਲ ਇਹੀ ਦੱਸਦੇ ਨੇ। ਉਹ ਇੰਨਾ ਕੋ ਰਗੜਿਆ ਜਾਏ ਕਿ ਸੁਰਮੇ ਨਾਲੋਂ ਬਰੀਕ, ਜਿਵੇਂ ਅੱਖ ਦੇ ਵਿੱਚ ਪਾਈ ਚੀਜ਼ ਰਟਕਦੀ ਨਹੀਂ ਨਾ, ਕਿ ਸੁਰਮਾ ਤੇ ਅੱਖ 'ਚ ਜ਼ਰਾ ਕੋਈ ਭਾਈ ਮੋਟੀ ਰਟਕ ਰਹੀ ਆ, ਤੇ ਸੁਰਮੇ ਦਾ ਨਾਂ ਲਿਆ ਮੈਂ, ਤੇ ਇੰਨਾ ਕੋ ਬਰੀਕ ਕਰ ਦਿਓ ਉਹਨੂੰ, ਤੇ ਉਹ ਕੁਸ਼ਤਾ ਹੀ ਹੋ ਜਾਂਦਾ ਇੱਕ ਹਿਸਾਬ ਦਾ। ਤੇ ਉਹ ਤੁਹਾਡੀ ਉਹਦੀ ਮਿਕਦਾਰ ਸੁਣ ਲਓ, ਉਹਦੀ ਮਿਕਦਾਰ ਘੱਟ ਕਰਕੇ ਦੇ ਦਿਓ। ਕੁਸ਼ਤਾ ਸਾਦੀ ਵੈਸੇ ਵੀ ਆਯੁਰਵੈਦਿਕ ਦਾ ਹੈ, ਔਰ ਕੁਸ਼ਤਾ ਜਦੋਂ ਚੀਜ਼ ਹੋ ਜਾਂਦੀ ਨਾ, ਉਹਦੀ ਜਿਹੜੀ ਕੂਵਤ ਹੈ ਨਾ, ਉਹ ਸਮਝੋ ਇਸ ਤਰ੍ਹਾਂ ਹੋ ਜਾਂਦੀ ਜਿਵੇਂ ਸਟੀਰਾਇਡ ਦਿੰਦੇ ਨਾ, ਸਟੀਰਾਇਡ ਤਰ੍ਹਾਂ ਹੋ ਜਾਂਦੀ ਉਹਦੀ ਅਮਲ ਕਰਨ ਦੀ ਜਿਹੜੀ ਕੈਪੈਸਿਟੀ ਜਾਂ ਤਾਕਤ ਹੈ ਜਾਂ ਤੇਜ਼ੀ ਹੈ, ਉਹ ਤੇਜ਼ੀ ਨਾਲ ਹੋ ਜਾਂਦੀ, ਅਕਸੀਰ ਵਰਗੀ ਹੋ ਜਾਂਦੀ, ਸਰੀ ਉਲ ਅਸਰ ਹੋ ਜਾਂਦਾ। ਤੇ ਉਹ ਆਪਣਾ ਇੱਕ ਫਨ ਹੈ। ਕੋਈ ਵੀ ਚੀਜ਼ ਜਿਹੜੀ ਉਹ ਬੇਕਾਰ ਨਹੀਂ ਹੈਗੀ। ਇਸ ਕਾਇਨਾਤ ਦੇ ਵਿੱਚ ਕੋਈ ਚੀਜ਼ ਬੇਕਾਰ ਨਹੀਂ, ਔਰ ਉਹਦੇ ਫਾਇਦੇ ਹੀ ਨੇ। ਉਹਨੂੰ ਇਸਤੇਮਾਲ ਮੌਕੇ ਦੀ ਮੁਨਾਸਬਤ ਨਾਲ ਇਸਤੇਮਾਲ ਕਰਨਾ ਆਉਂਦਾ ਹੋਵੇ। ਉਹ ਜਿੰਨੀ ਤੁਹਾਡੇ ਕੋਲ ਹਜ਼ਾਕਤ ਹੈ, ਜਿੰਨੀ ਤੁਹਾਡੇ ਕੋਲ ਮਾਲੂਮਾਤ ਹੈ, ਜਾਂ ਤੁਹਾਡਾ ਇਲਮ ਹੈਗਾ, ਜਾਂ ਤੁਹਾਡੀ ਸੋਚ ਜਾਂ ਦੂਰ ਅੰਦੇਸ਼ੀ ਹੈਗੀ, ਅਦਕ ਬੀਨੀ ਹੈ, ਉਹਨਾਂ ਤੁਸੀਂ ਉਹਨੂੰ ਇਸਤੇਮਾਲ ਕਰ ਜਾਓਗੇ।
ਜਦੋਂ ਮੈਂ ਸਟੂਡੈਂਟ ਸੀ 94 ਹੋਰ ਕੋਈ ਬੋਲਦੇ, ਹੋਰ ਕੋਈ ਹੈ ਤਾਂ ਇਸ ਤਰ੍ਹਾਂ ਸਵਾਲ ਕਰ ਲਓ ਨਾ ਤਾਂ ਫਿਰ ਮੈਨੂੰ ਬੋਲਣਾ ਆਸਾਨ ਹੁੰਦਾ। ਸਾਡੇ ਪਿੰਡ ਇੱਕ ਮਾਈ ਸੀ। ਹੋਰ ਬੋਲ ਦਿਓ, ਤੁਸੀਂ ਛੱਡ ਦਿਓ ਆਰਫ ਸਾਹਿਬ, ਛੱਡ ਦਿਓ ਇਹਨੂੰ। ਹੋਰ ਕੋਈ ਹੈ, ਉਹ ਕਰ ਦਿਓ ਸਵਾਲ ਕੋਈ। ਅੱਜ ਸਮੋਗ ਹੈਗਾ। ਹਾਂਜੀ, ਆਮ ਲੋਕ ਜਿਹੜੇ ਨੇ ਜ਼ਿਆਦਾਤਰ ਸਾਡੇ ਮੋਟਰਸਾਈਕਲ ਚਲਾਉਂਦੇ ਉਹਨਾਂ ਨੂੰ ਇੱਕ ਤਾਂ ਅੱਖਾਂ ਦੇ ਵਿੱਚ ਜਿਹੜੀ ਸਮੋਗ ਦੇ ਰਾਤ ਹੁੰਦੇ ਨੇ ਉਹ ਚੁਭਣ ਕਰਦੇ ਨੇ, ਔਰ ਦੂਸਰਾ ਨੱਕ ਜਿਹੜਾ ਹੈ ਉਹਦੇ ਵਿੱਚ ਇਰੀਟੇਸ਼ਨ ਹੁੰਦੀ ਹੈ, ਜਿਹਦੇ ਛਿੱਕਾਂ ਆਉਂਦੀਆਂ ਨੇ, ਪਾਣੀ ਵਗਦਾ, ਜ਼ੁਕਾਮ ਹੋ ਜਾਂਦਾ। ਜੇ ਆਇਆ ਇਹਨੂੰ ਇੱਕ ਇਤਿਹਾਦੀ ਤਦਾਬੀਰੇ ਕਹਿੰਦੇ ਨੇ ਕਿ ਮਾਸਕ ਚੜਾ ਲਓ ਤੇ ਐਨਕ ਲਾ ਲਓ, ਇਹ ਕਰ ਲਓ ਤੇ ਉਹ ਠੀਕ ਹੈ। ਅੱਛਾ, ਉਹ ਤੇ ਮੁਦਾਫਤ ਦਾ ਅੱਗੇ ਸਵਾਲ ਹੋਇਆ ਸੀ ਕਿ ਆਇਆ ਕੋਈ ਐਸੀ ਚੀਜ਼ ਇਸਤੇਮਾਲ ਕਰਕੇ ਜਿਹੜਾ ਇਨਸਾਨ ਦੇ ਅੰਦਰ ਨੂੰ ਇਹ ਨੱਕ ਦੇ ਜਾਂ ਅੱਖਾਂ ਦੇ ਟਿਸ਼ੂ ਨੇ ਉਹਨਾਂ ਨੂੰ ਤਾਕਤ ਦੇਵੇ ਕਿ ਉਹ ਇਹਨਾਂ ਚੀਜ਼ਾਂ ਨੂੰ ਜਿਵੇਂ ਬਰਦਾਸ਼ਤ ਕਰਨ ਦੀ ਸਲਾਹੀਅਤ ਉਹਨਾਂ ਦੀ ਵੱਧ ਜਾਏ। ਯੱਕ ਵਕਤ ਤੇ ਨਹੀਂ, ਹਰ ਚੀਜ਼ ਨੂੰ ਵਕਤ ਲੱਗਦਾ ਹੈ। ਜਿਹੜਾ ਮਾਸਕ ਢਾਉਣਾ ਹੈ ਠੀਕ ਹੈ, ਅੱਛੀ ਗੱਲ ਹੈ, ਕੱਪੜਾ ਚੜਾ ਲੈਣ। ਜਿਹਨੇ ਮੋਟਰਸਾਈਕਲ ਚਲਾਉਣੀ ਅਸੀਂ ਆਪ ਖੁਦ ਵੀ ਕਹਿੰਦੇ ਹਾਂ, ਹੈਲਮਟ ਵੀ ਚੜਾਏ ਤੇ ਮਾਸਕ ਵੀ ਚੜਾਏ, ਜਰਾਬਾਂ ਵੀ ਚੜਾਏ, ਜੈਕਟ ਵੀ ਚੜਾਏ, ਆਪਣੇ ਆਪ ਪੂਰਾ ਮਹਿਫੂਜ਼ ਰੱਖੇ, ਕਿਉਂਕਿ ਮੋਟਰਸਾਈਕਲ ਦੇ ਉੱਤੇ ਹਵਾ ਜਿਹੜੀ ਬੜੀ ਪ੍ਰੈਸ਼ਰ ਨਾਲ ਪੈਣੀ ਹੈ, ਉਹਨੇ ਨੱਕ ਦੇ ਨਥਰਿਆਂ ਵੀ ਵੜ ਜਾਣਾ। ਫਿਰ ਮੋਟਰਸਾਈਕਲ ਚਲਾਉਣ ਦਾ ਮੂੰਹ ਵੀ ਖੁੱਲ੍ਹ ਜਾਂਦਾ, ਉਹਨੇ ਸਿੱਧੀ ਅੰਦਰ ਜਾਣਾ, ਉਹਨੇ ਮਿਹਦੇ ਨੂੰ ਵੀ ਠੰਡੀ ਕਰ ਦੇਣਾ, ਉਹਨੇ ਫੇਫੜਿਆਂ ਨੂੰ ਵੀ ਠੰਡੀ ਕਰ ਦੇਣਾ। ਜਦੋਂ ਫੇਫੜਿਆਂ ਨੂੰ ਇਹ ਗਲੇ ਦੇ ਉਦੋਂ ਨੂੰ ਪਈ ਤੇ ਇਹਨਾਂ ਨੇ ਸਾਰਿਆਂ ਨੇ ਸੁੱਕੜ ਪੈਣਾ ਠੰਡ ਦੇ ਨਾਲ, ਫਿਰ ਗਲਾ ਖਰਾਬ ਹੋਣਾ ਹੀ ਹੋਣਾ। ਫਿਰ ਫੇਫੜੇ 'ਚੋਂ ਕੀੜੇ ਰੋਣੀ, ਹਰਕਤ ਕਰਨਾ ਮੁਸ਼ਕਿਲ ਹੋ ਜਾਣਾ, ਉਹਦੇ ਖਾਂਸੀ ਵੀ ਆਉਣੀ, ਉੱਥੇ ਉਹਨੂੰ ਤੋੜਨ ਵਾਸਤੇ ਤਬੀਅਤ ਜ਼ੋਰ ਲਾਉਣਾ, ਬੁਖਾਰ ਵੀ ਹੋ ਪੈਣਾ। ਯਾਨੀ ਕਿ ਚੱਲ ਸੋ ਚੱਲ ਫਿਰ ਅੱਗੇ। ਹੁਣ ਤੁਸੀਂ, ਤੁਹਾਡਾ ਸਵਾਲ ਹੈ ਕਿ ਕੂਵਤ ਮੁਦਾਫਤ ਕਿਵੇਂ ਵਧੇ, ਇਹ ਉਹਦੇ ਵਾਸਤੇ ਹਰਬੇ ਹੀ ਨੇ ਕਿ ਕੱਪੜੇ ਪੂਰੇ ਪਾਏ ਜਾਣ, ਮੂੰਹ 'ਤੇ ਮਾਸਕ ਚੜਿਆ ਜਾਏ। ਜਦੋਂ ਆਓ ਅਬਦੁੱਲਾ ਸਾਹਿਬ ਪੜ੍ਹ ਕੇ ਵੀ ਗਏ ਨੇ, ਜਦੋਂ ਆਓ ਗਰਮ ਪਾਣੀ ਦੇ ਗਰਾਰੇ ਕਰਨ ਅਤੇ ਮੂੰਹ ਵੀ ਗਰਮ ਪਾਣੀ ਨਾਲ ਧੋ ਦੇਣ, ਗਰਮ ਪਾਣੀ ਦੇ ਗਰਾਰੇ ਕਰਕੇ ਫਿਰ ਬਿਸਤਰ 'ਚ ਲੁਕਣ, ਜਦ ਆਪਣੇ ਆਪ ਨੂੰ ਗਰਮ ਰੱਖਣ, ਔਰ ਗਰਮ ਚਾਹੇ ਖਾਣੇ ਵੀ ਇਸ ਤਰ੍ਹਾਂ ਦੇ ਖਾਣ। ਇੱਕ ਹੁਣ ਹਰ ਇੱਕ ਦੇ ਵਸਾਇਲ ਇੰਨੇ ਤਕੜੇ ਨਹੀਂ ਹੁੰਦੇ, ਮਾੜੇ ਹੁੰਦੇ ਨੇ, ਉਹ ਇਹੋ ਜਿਹੇ ਕੰਮ ਕਰੇ ਗਰਮ ਪਾਣੀ ਨਾਲ। ਇਹ ਜਿਹੜੇ ਉਹਨਾਂ ਨਹੀਂ ਹੁੰਦੀ ਜਿਨ੍ਹਾਂ ਦੇ ਕਮਜ਼ੋਰ ਜਿਸਮ ਹੁੰਦੇ ਨੇ, ਜਾਂ ਤਕੜੇ ਬੰਦੇ ਵੀ ਨਹੀਂ ਤਾਂ ਸਿੱਧੇ ਇੱਦਾਂ ਹੀ ਚੱਲ ਪੈਣ, ਇਹਤਿਆਤ ਨਹੀਂ ਕਰਦੇ ਤਾਂ ਨਾ ਫਸ ਪੈਣਾ। ਜੇ ਅਕਸਰ ਫਸਣ ਤੋਂ ਬਾਅਦ ਹੀ ਪਤਾ ਲੱਗਦਾ ਨਾ, ਪਹਿਲਾਂ ਹੀ ਇਹਤਿਆਤ ਕਰ ਲਓ ਕਿ ਮਾਸਕ ਕੱਪੜੇ ਚੜਾਓ। ਮਾਸਕ ਵਾਲਾ ਹੀ ਕੰਮ ਜਿਹੜਾ ਹੈ ਨਾ, ਅਤੇ ਕੱਪੜਿਆਂ ਵਾਲਾ ਸਭ ਤੋਂ ਇਹ ਹੀ ਹੈ, ਸਿਰ ਦੇ ਉੱਤੇ ਵੀ। ਜੇ ਫਸ ਗਿਆ ਜੇ ਤਾਂ ਫਿਰ ਗਰਮ ਪਾਣੀ ਦੇ ਗਰਾਰੇ ਅਤੇ ਗਰਮ ਚੀਜ਼ਾਂ, ਅੰਡਾ, ਮਿੱਠੇ ਆਂਡੇ ਬਣਾ ਕੇ ਖਾਣੇ ਨੇ, ਫਿਰ ਮਿੱਠੇ ਆਂਡੇ ਫਰਾਈ ਕਰਕੇ ਖਾਣੇ, ਉਬਲੇ ਨਹੀਂ ਖਾਣੇ। ਫਿਰ ਇਸ ਤਰ੍ਹਾਂ ਗੋਸ਼ਤ ਹੈਗਾ, ਯਖਣੀ ਟਾਈਪ ਗੋਸ਼ਤ ਬਣਾ ਕੇ ਖਾਣਾ ਹੈ, ਜਿਹ 'ਚੋਂ ਕਾਲੀ ਮਿਰਚ, ਜ਼ਰਾ ਅਦਰਕ, ਕਾਲੀ ਮਿਰਚ, ਲਸਣ, ਹਲਦੀ, ਇਹ ਗਰਮ ਤਰ ਚੀਜ਼ਾਂ ਬਣਨਗੀਆਂ, ਇਹਨੇ ਉਖੇੜੇਗਾ ਮਾਲ, ਬਿਹਤਰ ਹੋ ਜਾਏਗਾ। ਉਹ ਤੇ ਮੁਦਾਫਤ ਇਹਦੇ ਨਾਲ ਹੀ ਵਧੇਗੀ ਵਕਤੀ ਤੌਰ 'ਤੇ। ਇਹ ਤਾਂ ਚਾਹੀਦਾ ਕਿ ਰੋਜ਼ ਹੀ ਫਿਰ ਖਾਵੇ ਪੀਵੇ ਤੇ ਠੀਕ ਹੀ ਰਹੇਗੀ। ਅਕਸਰ ਮਾੜੇ ਬੰਦੇ ਫਸਦੇ ਨੇ, ਕਮਜ਼ੋਰ ਬੰਦੇ ਫਸਦੇ ਨੇ। ਜਿਹੜੇ ਮਾੜਾ ਬੰਦਾ ਵੀ, ਮੈਂ ਖੁਦ ਜਿਹੜਾ ਹੈ ਨਾ, ਮੈਂ ਟੈਲੀਫੋਨ ਦੇ ਮਹਿਕਮੇ 'ਚ ਰਿਹਾ ਵਾਂਗਾ, ਮੇਰੀ ਡਿਊਟੀ ਜਿਹੜੀ ਰਾਤ 12 ਵਜੇ ਖ਼ਤਮ ਹੋਇਆ ਕਰਦੀ ਸੀ। ਮੈਂ ਸ਼ਾਮ ਨੂੰ 4 ਵਜੇ ਜਾਣਾ, 12 ਵਜੇ ਤੱਕ ਡਿਊਟੀ। ਫਿਰ ਮੈਂ ਸਾਈਕਲ 'ਤੇ ਕਦੀ ਜਾਂਦਾ ਹੁੰਦਾ ਸੀ, ਫਿਰ ਅੱਲਾ ਨੇ ਮੋਟਰਸਾਈਕਲ ਦਿੱਤੀ, ਮੋਟਰਸਾਈਕਲ 'ਤੇ ਬੁਰਾ ਹਾਲ ਹੋਇਆ ਹੁੰਦਾ ਸੀ। ਅਤੇ ਸਾਡੇ ਉਦੋਂ ਗੈਸ ਗੂਸ ਵੀ ਕੋਈ ਨਹੀਂ ਸੀ, ਅੱਗ ਅਤੇ ਸਾਲਣ ਹੀ, ਮੈਂ ਭੁੱਖ ਲੱਗੀ ਹੋਣੀ ਤਾਂ ਘਰ ਜਾ ਕੇ ਠੰਡਾ ਸਾਲਣ ਖਾ ਜਾਣਾ, ਲੇਕਿਨ ਭੁੱਖ ਲੱਗੀ ਹੁੰਦੀ ਸੀ ਉਹ ਵੀ ਬੜਾ ਮਜ਼ੇਦਾਰ ਲੱਗਣਾ। ਅਤੇ ਕੱਪੜੇ ਮੈਂ ਕੱਸੇ ਹੁੰਦੇ, ਤੇ ਹੈਗਾ ਮੈਂ ਮਾੜਾ ਸਾਂ, ਕਮਜ਼ੋਰ, ਉਹ ਕੱਪੜਿਆਂ ਦੀ ਬਿਨਾਦ ਮੈਂ ਬਚ ਜਾਂਦਾ ਸੀ। ਅਤੇ ਜਦੋਂ ਮੈਂ ਕਿਤੇ ਚੜ੍ਹ ਜਾਣੀ ਠੰਡ, ਫਿਰ ਹਾਲ ਹੁੰਦਾ। ਮੇਰੇ ਖੁਦ ਵੀ ਤਜਰਬੇ ਨੇਗੇ। ਹੁਣ ਮੈਂ ਕੁਛ, ਅੱਲਾ ਨੇ ਕੋਈ ਸਹੂਲਤ ਦਿੱਤੀ, ਹੁਣ ਮੈਂ ਵੈਸੇ ਵੀ ਆਪਣੇ ਇਹਤਿਆਤ ਕਰਨ ਇਸ ਫੀਲਡ 'ਚੋਂ ਆਇਆ, ਕੋਈ ਖਾ ਪੀ ਲਈਦਾ, ਅਤੇ ਇਸ ਵਾਸਤੇ ਤਬੀਅਤ ਬਹਾਲ ਹੀ ਰਹਿੰਦੀ ਹੈ, ਬਿਹਤਰ ਰਹਿੰਦੀ ਹੈ। ਮੈਂ ਰੋਜ਼ ਸਵੇਰੇ ਸਹਿਰੀ ਵੇਲੇ ਨਹਾਉਣਾ ਹੁੰਦਾ ਹੈ, ਸੁਬਾਹ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਨਹਾਉਣਾ ਹੁੰਦਾ ਮੈਂ, ਅਤੇ ਜਿੱਦਾਂ ਰਹਿ ਜਾਂ ਫਿਰ ਨਮਾਜ਼ ਪੜ੍ਹਨ ਤੋਂ ਬਾਅਦ ਵੀ ਨਹਾਉਣਾ ਹੁੰਦਾ ਮੈਂ। ਜੇ ਨਹਾਵਾਂ ਤਾਂ ਮੈਨੂੰ ਸੁਸਤੀ ਚੜੀ ਰਹਿੰਦੀ। ਉਹ ਮੈਂ ਹੁਣ ਅੱਗੇ ਮੈਂ ਨਹਾਉਂਦਾ ਹਾਂ ਨਾ, ਮੈਨੂੰ ਠੰਡ ਲੱਗਦੀ ਸੀ, ਕਾਂਬਾ ਲੱਗਦਾ, ਹੁਣ ਮੈਨੂੰ ਕਾਂਬਾ ਨਹੀਂ ਲੱਗਦਾ। ਯਾਨੀ ਉਹ ਕੂਵਤ ਮੁਦਾਫਤ ਹੁਣ ਕੁਛ ਬਿਹਤਰ ਹੋ ਗਈ ਹੈਗੀ। ਦੱਸਣ ਦਾ ਮਕਸਦ ਹੈ ਕਿ ਪਹਿਲਾਂ ਤੋਂ ਇਹਤਿਆਤ ਕਰੀ ਰੱਖੋ, ਜਿੰਨਾ ਕੋਈ ਅੱਲਾ ਨੇ ਵਸਾਇਲ ਦਿੱਤੇ ਉਹਦੇ ਮੁਤਾਬਕ। ਅਤੇ ਕੱਪੜਿਆਂ ਨਾਲ ਵੀ, ਫਿਰ ਲੱਕੜ ਖਾਧੀ, ਪੱਥਰ ਖਾਧਾ ਤਾਂ ਉਹਨੇ ਹਜ਼ਮ ਹੋ ਪੈਣਾ, ਜਿਸ ਜਿਸਮ ਦੀ ਗਰਮੀ ਪੂਰੀ, ਮਿਹਦੇ ਦੀ ਗਰਮੀ ਪੂਰੀ ਹੈ। ਅਗਰ ਉਹ ਗਰਮੀ ਘੱਟ ਹੈਗੀ ਤਾਂ ਫਿਰ ਤੁਹਾਡੀ ਵਧੀਆ ਚੀਜ਼ ਖਾਧੀ ਵੀ ਨਹੀਂ ਹਜ਼ਮ ਹੋਣੀ। ਕੋਈ ਸਵਾਲ ਦਾ ਜਵਾਬ, ਕੋਈ ਸੁਰ ਪਤਾ ਲੱਗਾ ਹੈ ਕਿ ਨਹੀਂ? ਯਾਨੀ ਜਿਸਮ ਨੂੰ ਗਰਮ, ਕੱਪੜਿਆਂ ਨਾਲ ਗਰਮ ਰੱਖ ਲਓ। ਜੇ ਫਸ ਗਿਆ ਜੇ ਤਾਂ ਫਿਰ ਉਹਦੀ ਬਸ ਬੇਗਰਮ ਪਹੁੰਚਾਓ। ਹਾਂਜੀ, ਹੋਰ